ਵਾਹਿਗੁਰੂ। ਇੱਕ ਓੰਕਾਰ ਸਤਿਨਾਮ। ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਨ। ਗੁਰ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰਾਂ ਅੰਗਦ ਤੁਕ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਨ, ਹਿਰਦੈ ਨਿਤ ਧਿਆਨ। ਗੁਰ ਰਾਮਦਾਸ ਗੁਣ ਗਾਵ, ਗੁਰ ਅਰਜਨ ਬਿਘਨ ਨ ਕੇ ਨਾਸਕ, ਬਿਘਨ ਨ ਕੇ ਨਾਸਕ। ਗੁਰ ਹਰਿਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਨਾਮ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰ ਗੋਬਿੰਦ ਸਿੰਘ ਬਿਸਾਲਾ, ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ, ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ,
ਏਕੰਕਾਰਾ ਸਤਿਗੁਰੂ ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਗਨ ਬਿਨਾਸਣ ਸੋਏ। ਵਾਹਿਗੁਰੂ ਜੀ ਦੋਹਰਾ ਖੱਤਰੀ ਭਗਤਾ ਓਹਰੀ, ਜਾਪੂ ਵੰਸੇ ਦੋਏ। ਬੰਧਨ ਕਰ ਹਰਖੇ ਹਿਰਦੇ, ਮਗਨ ਪ੍ਰੇਮ ਮੈਂ ਹੋਏ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਖੱਤਰੀ ਭਗਤਾ ਓਹਰੀ, ਜਾਪੂ ਵੰਸੀ ਦੋਏ। ਬੰਧਨ ਕਰ ਹਰਖੇ ਹਿਰਦੇ, ਮਗਨ ਪ੍ਰੇਮ ਮੈਂ ਹੋਏ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਤੇ ਬਿਰਾਜਮਾਨ ਨੇ ਕਿ ਜਿਵੇਂ ਪਿਛਲੇ ਪ੍ਰਕਰਨਾਂ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ, ਗੁਰੂ ਕੇ ਸਿੱਖ ਹੁੰਦੇ ਨੇ। ਜਿਵੇਂ ਜਿਵੇਂ ਦੇ ਕਿਸੇ ਦੇ ਸ਼ੰਕੇ ਨੇ, ਮਨ ਦੇ ਵਿੱਚ ਸਵਾਲ ਨੇ, ਉਹ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਪੁੱਛਦੇ ਨੇ। ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਦੋ ਸਿੱਖ ਜਿਹੜੇ ਨੇ, ਇੱਕ ਭਗਤਾ ਓਹਰੀ, ਇਹ ਗੋਤ ਦਾ ਖੱਤਰੀ ਹੈ, ਦੂਸਰਾ ਜਾਪੂ ਵੰਸੀ ਹੈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਨਮਸਕਾਰ ਕਰਕੇ, ਦਰਸ਼ਨ ਕਰਕੇ ਬੜੇ ਪ੍ਰਸੰਨ ਹੋਏ ਨੇ। ਠੰਡੇ ਹੋਏ ਕੀਨ ਅਰਦਾਸ, ਤੁਮਰੋ ਦਰਸ਼ਨ ਗਿਆਨ ਪ੍ਰਕਾਸ਼। ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਇਹ ਦੋਵੇਂ ਨਮਸਕਾਰ ਕਰਕੇ ਸਤਿਗੁਰੂ ਦੇ ਚਰਨਾਂ ਵਿੱਚ ਸਾਹਮਣੇ ਹੱਥ ਜੋੜ ਕੇ ਖਲੋ ਗਏ ਤੇ ਬੇਨਤੀ ਰੂਪ ਦੇ ਵਿੱਚ ਇਹਨਾਂ ਨੇ ਬੋਲ ਕੇ, ਸਤਿਗੁਰੂ ਜੀ ਤੁਹਾਡੇ ਦਰਸ਼ਨ ਕਰਨ ਦੇ ਨਾਲ ਅੰਦਰ ਗਿਆਨ ਦਾ ਪ੍ਰਕਾਸ਼ ਹੁੰਦਾ ਹੈ। ਤੇ ਨਾਲ ਇੱਕ ਸਵਾਲ ਕੀਤਾ, ਵਿਦਿਆ ਵਿਖੇ ਪੁਨ ਜੋ ਨਰ ਹੈ, ਸਦਾ ਵਿਚਾਰ ਕਰਤ ਤੇ ਤਰ ਹੈ। ਭਗਤਾ ਉਹਦੇ ਤੇ ਜਾਪੂ ਵੰਸੀ ਦੋਵੇਂ ਹੱਥ ਜੋੜ ਕੇ ਕਹਿੰਦੇ ਨੇ, ਸਤਿਗੁਰੂ ਜੀ ਜਿਹੜੇ ਤੇ ਵਿਦਿਆ ਦੇ ਵਿੱਚ ਨਿਪੁੰਨ ਨੇ, ਔਰ ਵਿਦਿਆ ਤੋਂ ਭਾਵ ਅਰਥ ਉੱਥੇ ਸੀ ਜਿਹੜੀ ਧਾਰਮਿਕ ਵਿਦਿਆ ਕਿਸੇ ਨੂੰ ਹੁੰਦੀ ਹੈ। ਵੈਸੇ ਤਾਂ ਵਿਦਿਆ ਪੜ੍ਹੇ ਲਿਖੇ ਬਹੁਤ ਵੀ ਨੇ, ਔਰ ਪੜ੍ਹਾਈ ਦਾ ਅੰਤ ਕੋਈ ਨਹੀਂ, ਪਰ ਕੇਵਲ ਕਿਤਾਬੀ ਪੜ੍ਹਾਈ ਕਰ ਕਰਕੇ, ਗਿਆਨ ਬਹੁਤਾ ਹਾਸਲ ਕਰਕੇ ਜੇ ਸੱਚ ਦੇ ਨੇੜੇ ਤੇੜੇ ਵੀ ਨਾ ਢੁਕਣ, ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਬਚਨ ਨੇ ਵੀ ਕਹਿੰਦੇ ਨੇ ਕਿ ਪੜ੍ਹਿਆ ਮੂਰਖ ਆਖੀਏ,
जिस लभ लोभ अहंकार। जे पढ़ाई केवल रुपया इकट्ठा करने वास्ते इकट्ठी की है, ज्ञान केवल इस करके है कि किसी भी ढंग के नाल रुपया पैसा इकट्ठा करना है। और सतगुरु जी कहते हैं इवें दी पढ़ाई मूर्ख ही है। पर इत्थे अरदास बेनती की सतगुरु जी जेडे ग्रंथां दे पढ़ाई जानते हैं, धार्मिक ग्रंथ पढ़ना जानते हैं, जेडे शब्द दे विचार कर सकते हैं, सदा विचार करत ते तर है। इहदे विच शक कोई नहीं, शब्द दे विचार करन वाला विचार करन तो बाद अपना जीवन उस तरह ढाल लवे कि उस भवसागर तो तर जाता है। हमको विद्याहीन पछानो, ज्यों उधार है वो त्यों सो बखानो। ते सतगुरु जी ये समझो असीं विद्या तो हीने हाँ, सानूं तो ऊड़ा एड़ा भी पढ़ना नहीं आउंदा। ते साडे वर्गे अनपढ़ां नूं, विद्या तो हीणियां नूं कोई ऐसा उपदेश दिओ कि सौखे ढंग दे नाल जिहड़ा साडा भी उद्धार हो जाए। जेहड़े पढ़े लिखे ने वो तो विचार करके, शब्द नूं पढ़ के उहदे विचार करके जीवन सुधार लैणगे, पर साडे वर्गे किवें सुधारन। सुन कै बोले श्री गुरु तब ही, मानवक कर्म तजो जे सब ही। ये सुन के सतगुरु धन गुरु नानक साहिब जी नाले मुस्कराए ते नाले बचन कहे, भाई कोई गल नहीं जे पढ़ना लिखना नहीं जानते। और सतगुरु जी ने पावन बचन कहे भी ने, क्योंकि जो परमेश्वर है वो बहुती पढ़ाई नहीं वेखदा, बहुता ज्ञान कदे नहीं वेखदा। उनके घर ते केवल प्यार वेख्या जाता कि किसी ने प्यार कितना कु कीता। और सतगुरु जी ने पावन बचन कहे ने, प्यार दे वास्ते किसी कोर्स की लोड़ नहीं, किसी यूनीवर्सिटी दे विच जाके पढ़ना नहीं पैंदा कि प्यार किवें करिए। सतगुरु जी कहते हैं बस वो जिंदे अंदर भाव है, वो पढ़िया अनपढ़िया परमगत पावे। पढ़िया होवे तां भी जी सदके, ते जे नहीं पढ़िया तो तां भी उनके दर ते प्रवान है, जे उनके अंदर प्रेम है। हुण सतगुरु जी कहते हैं ये निशानियां ने, जे नहीं पढ़िया तो भाई कोई गल नहीं, जेडे मनमुखां वाले कर्म ने ना, अज तो बाद सारे कर्म मनमुखां वाले छड्ड दिओ बस। तो इहदे वास्ते बहुती पढ़ाई की लोड़ नहीं। तब हो मैं कल्याण तुम्हारा, बहुर न पावेंगे संसारा। बस सतगुरु जी कहते इन्ने जी तुहाडा कल्याण हो जाना है, परत के दोबारे संसार दे विच गेड़ा नहीं वजेगा, जन्म मरण तो रहत हो जूगे। प्रश्न केण तैन द्वै कर जोरै, मानवक कर्म कहो जो शूर है। हुण इन्हां ने हथ जोड़ के फिर सवाल कर लिया, सतगुरु जी सानू इन्ना भी नहीं पता कि मनमुखां दे कर्म किहड़े ने, क्योंकि कई बार असीं करी जाने, हुण गुरमुख कह के गुरमत कह के करी जाने हैं, पर हकीकत है कि वो हुंदी अपने मन की मर्जी है। पर इत्थे सवाल कर लिया सतगुरु जी मन की मर्जी की है तो मनमुखां वाले कर्म किहड़े ने, सानू इहदे बारे भी समझा दो, सानू तो ये भी समझ कोई नहीं। तब श्री गुर सगरे बिद बरनी, हृदय ईरखा सब सो करनी। धन गुरु नानक साहिब सच्चे पातशाह जी ने फिर मनमुखां वाले सारे कर्म दसे कि ये कर्म तुसीं छड्डणे ने, करने नहीं। मनमुखां दे कर्म ने कि हृदय ईरखा सब सो करनी, सारिਆਂ दे नाल ईरखा करते रहना, सब दे नाल ईरखा करते रहना। और देखो बाहर घर परिवारों के विच ते है ही, पर हुण हद ते हो गई। ये जिहड़े धार्मिक स्थान ने, जे ये शब्द वरत लए जिहड़े गुरु घर ने, ईरखा उत्थे भी बड़ी है। बस एक तो वध के ईरखा इस करके कि मेरे तो अगे कोई ना निकल जाए, बस दूसरे की लत्त खिंचनी है कि भावें उहदे नाल नुकसान अपना भी होवे। हुण सतगुरु इत्थे समझा रहे हैं भाई ईरखा किसी दे नाल नहीं करनी,
ਹਿਰਦੇ ਈਰਖਾ ਸਭ ਜੋ ਕਰਨੀ, ਸਾਰਿਆਂ ਦੇ ਨਾਲ ਈਰਖਾ ਕਰਨੀ, ਇਹ ਮਨਮੁਖਾਂ ਦਾ ਕਰਮ ਹੈ। ਜਗਤ ਪਦਾਰਥ ਸੁਖ ਜੇ ਸਾਰੇ, ਸਭ ਕੇ ਮਿਟ ਕਰ ਹੋਏ ਹਮਾਰੇ। ਕਿਉਂਕਿ ਈਰਖਾ ਕਿਵੇਂ ਕਰਦਾ ਬੰਦਾ ਕਿ ਜਿਹੜੇ ਸੰਸਾਰਿਕ ਪਦਾਰਥ ਨੇ, ਜਿੰਨੇ ਸੁੱਖ ਦੇਣ ਵਾਲੇ ਨੇ, ਬਸ ਇਹਨਾਂ ਨੂੰ ਵੇਖ ਵੇਖ ਕੇ ਕਿ ਜਿਹੜੇ ਪਦਾਰਥ ਦੂਜਿਆਂ ਕੋਲ ਨੇ, ਇਹਨਾਂ ਦੇ ਕੋਲ ਖਤਮ ਹੋ ਜਾਣ ਤੇ ਮੇਰੇ ਕੋਲ ਆ ਜਾਣ। ਈਰਖਾ ਤੇ ਹੀ ਨੇ ਕਿ ਇਹਨਾਂ ਕੋਲ ਵੱਧ ਕਿਉਂ ਆ ਗਿਆ। ਆਪਣੇ ਕੋਲ ਭਾਵੇਂ ਬੜਾ ਕੁਛ ਹੋਵੇ, ਪਰ ਦੂਜੇ ਕੋਲ ਵੱਧ ਕਿਉਂ ਆ ਗਿਆ। ਔਰ ਸਤਿਗੁਰੂ ਜੀ ਨੇ ਜਿੱਥੇ ਕਿਰਪਾ ਕੀਤੀ, ਸਾਨੂੰ ਬਾਣੀ ਦੇ ਵਿੱਚ ਤੇ ਬੜੀ ਥਾਵਾਂ ਤੇ ਸਮਝਾਇਆ। ਇੱਕ ਕਵੀ ਨੇ ਬੋਲ ਵੀ ਕਹੇ ਨੇ, ਈਰਖਾਲੂ ਬੰਦੇ ਦੀ ਹਾਲਤ ਹੀ ਇਵੇਂ ਦੀ ਹੈ ਕਿ ਸਾਰੀ ਜ਼ਿੰਦਗੀ ਕੇਵਲ ਆਪਣੇ ਦੁੱਖਾਂ ਕਰਕੇ ਦੁਖੀ ਨਹੀਂ ਹੁੰਦਾ, ਪਰ ਗੁਆਂਢੀ ਦੇ ਸੁੱਖ ਵੇਖ ਵੇਖ ਕੇ ਜ਼ਿਆਦਾ ਦੁਖੀ ਹੁੰਦਾ ਹੈ। ਇਹਨੂੰ ਇੰਨੇ ਸੁੱਖ ਕਿਉਂ ਮਿਲ ਗਏ, ਇਹਦਾ ਕਾਰੋਬਾਰ ਵੱਡਾ ਕਿਉਂ ਹੋ ਗਿਆ। ਉਹ ਉਰਦੂ ਦਾ ਦੀਪ ਲਿਖਦਾ ਹੈ ਕਿ ਬੰਦੇ ਦੀ ਜ਼ਿੰਦਗੀ ਕੀ ਹੈ। ਕੁਛ ਰੋਤੇ ਮੇਂ ਕੱਟ ਗਈ, ਕੁਛ ਸੋਤੇ ਮੇਂ ਕੱਟ ਗਈ। ਔਰ ਹਕੀਕਤ ਹੈ ਅੱਧੇ ਤਾਂ ਨਿਕਲ ਜਾਂਦੇ ਸੁੱਤਿਆ ਪਏ। ਜੇ ਹਿਸਾਬ ਤਾਂ ਕਰੀਏ ਤਾਂ ਪੂਰੇ ਜੋ 100 ਸਾਲ ਦੀ ਉਮਰ 50 ਸਾਲ ਤੇ ਸੁੱਤਿਆ ਪਿਆ ਨਿਕਲ ਗਈ। ਬਾਕੀ 50 ਸਾਲ ਦੇ ਵਿੱਚੋਂ ਜਿਹੜੀ ਕੁਝ ਅੱਧੇ ਕੁ ਉਹ ਰੋਤ ਹੋ ਕੇ ਨਿਕਲ ਗਈ। ਕੁਛ ਰੋਤੇ ਮੇਂ ਕੱਟ ਗਈ, ਕੁਛ ਸੋਤੇ ਮੇਂ ਕੱਟ ਗਈ, ਕੁਛ ਆਹੋਂ ਮੇਂ ਕੱਟ ਗਈ। ਤੇ ਆਹ ਬਸ ਇਹ ਹੀ ਭਰਦੇ ਰਹਿਣਾ ਕਿ ਹਾਏ ਇਹਨੂੰ ਵੱਡੀ ਗੱਡੀ ਮਿਲ ਗਈ, ਹਾਏ ਇਹਦਾ ਕੰਮ ਮੇਰੇ ਤੋਂ ਵੱਡਾ ਹੋ ਗਿਆ। ਕਹਿੰਦੇ ਕੁਛ ਰੋਤੇ ਮੇਂ ਕੱਟ ਗਈ, ਕੁਛ ਸੋਤੇ ਮੇਂ ਕੱਟ गई, कुछ आहों में कट गई, कुछ गुनाहों पे कट गई। पर मंजिल पे जाने वाले जा पहुँचे, राहें बदलने वालों की राहों में कट गई। कई इस भरम दे विच कि शायद किसी होर बाबे कोल जावांगे तो सानू इन्ने सुख मिल जाएंगे, वो अपनी मंजिल ही बदलते रह गए। अज किसी को कल किसी को, पर जिन्हें मंजिल ते जाना सी वो सच के रस्ते ते तुरते गए, पहुँच गए। हुण धन गुरु नानक देव सच्चे पातशाह कहते हैं भाई ईरखा जिहड़ी वो किसी नाल नहीं करनी। मनमुख की निशानी कि दुनिया के पदार्थ वेख के उनके अंदर एक बदोबदी है तो अवगुण। ये मनमुख की निशानी है कि अंदर बदोबदी एक चाहत पैदा होती कि ये पदार्थ मेरे को आ जाए। सदन बपूत अपर को देखी, पीरा पावे हृदय बसेखी। मनमुख की निशानी है। मनमुख बिरते वाले दूसरे के घर में वेखते हैं, एडा वड्डा घर, दूसरे की जमीन जायदाद में वेखते हैं, इन्नी धन पदार्थ। पीरा पावे हृदय बसेखी, हृदय में खम खाई सड़ते रहते हैं, खम खाई अंदरों दुखी होते रहते हैं। सर्ब नरण को शत्रु जाने, संग न किसे भलाई ठाने। मनमुख बंदे हर एक नूं अपना दुश्मन ही समझते हैं और भलाई तो करना जानते ही नहीं, किसी की भलाई नहीं करते। एक मनमुख को कर्म यह त्यागो उरते सोए। सतगुरु जी कहते हैं एक तो मनमुख का एक कर्म है ईरखा करनी, किसी के धन पदार्थ में वेख के सड़ना भी ये अंदरों बिल्कुल छड्ड दिओ। दूसर हो मैं मन कराए सब सो निर्दय हुए। तो दूसरा मनमुख का जिहड़ा कर्म है होमे, और होमे दे विच कर्म इन्ना करदा कि दया नाम की चीज़ उनके नेड़े रहिंदी नहीं। होमे विच आया होया पर भावें किन्ने भी अत्याचार करना पे कर ही जाता है। जे निज ते घट देखे ते को मत न कैसे दे। ये मनमुख की निशानी है दूसरी कि जे कोई अपने दे नालों किसी नूं नीवा जानता है, गुण करके पढ़ाई करके रुपये पैसे करके किसी भी करके अपने तो छोटा जानता है, तो जे अपने पल्लों कुछ भी ना देना पाए, किसी को सलाह ही देनी हो, गुण ही देना हो और उन्होंने गुण भी नहीं देता, ये मनमुख की निशानी है कि ये मेरे तो थले है, थले ही रहे।
ਹਾਸੀ ਕਰੈ ਧਰੈ ਅਹੰਕਾਰਾ, ਇਹ ਨਹਿ ਸਮਮ ਬੁੱਧ ਉਧਾਰਾ। ਸਗੋਂ ਉਹਨੂੰ ਵੇਖ ਕੇ ਉਹਦਾ ਹਾਸਾ ਤੇ ਮਖੌਲ ਉਡਾਉਂਦਾ ਹੈ ਕਿ ਇਹਨੂੰ ਅਕਲ ਹੀ ਕੋਈ ਨਹੀਂ, ਇਹਨੂੰ ਸਮਝ ਕੋਈ ਨਹੀਂ, ਇਹਦੇ ਕੋਲ ਤਾਂ ਗੁਣ ਹੀ ਕੋਈ ਨਹੀਂ। ਆਪਣੇ ਕੋਲ ਗੁਣ ਹੈ, ਭਾਵੇਂ ਕੁਝ ਨਹੀਂ ਖਰਚਾ ਹੋਣਾ, ਪਰ ਦੇਣਾ ਨਹੀਂ, ਸਗੋਂ ਹਾਸਾ ਮਖੌਲ ਕਰਨਾ ਹੈ। ਪੁਣ ਤੇਜੇ ਨਿੰਦਾ ਪਹਿਚਾਨ, ਤਿਆਗ ਦੇਜੀਏ ਕਬ ਨਾ ਬਖਾਨ। ਸਤਿਗੁਰੂ ਜੀ ਕਹਿੰਦੇ ਨੇ ਭਾਈ ਭਗਤਾ ਭਾਈ ਜਾਪੂ, ਨਿੰਦਕ ਦਾ ਤੀਸਰਾ ਜਿਹੜਾ ਲੱਛਣ ਹੈ ਉਹ ਹੈ ਪਰਾਈ ਨਿੰਦਿਆ। ਬਸ ਨਿੰਦਾ ਛੱਡ ਦਿਓ, ਨਿੰਦਾ ਕਦੇ ਨਾ ਕਿਸੇ ਦੀ ਕਰਿਓ। ਜੋ ਬੇਮੁਖ ਆਪਣੇ ਤੇ ਹੋਏ, ਤਿਹ ਕੇ ਉਸਤਤ ਕਰਹਿ ਕੋਏ। ਜੋ ਵਿਸ਼ੇਖ ਆਪਣੇ ਤੇ ਹੋਏ, ਜਿਹੜਾ ਆਪਣੇ ਨਾਲੋਂ ਕੋਈ ਬੰਦਾ ਵਿਸ਼ੇਸ਼ ਹੋਵੇ। ਹੁਣ ਦੇਖੋ ਵਿਸ਼ੇਸ਼ ਹੀ ਹੈ ਨਾ, ਮੈਂ ਕਥਾ ਕਰ ਰਿਹਾ, ਇੱਕ ਤੋਂ ਇੱਕ ਕਥਾ ਬਚ ਗਏ, ਜੇ ਨਾ ਗਿਣੀਏ ਤਾਂ ਬੜੇ ਵਿਸ਼ੇਸ਼ ਨੇ। ਜੇ ਦੂਜੇ ਦੀ ਗੱਲ ਨਾ ਕਰੀਏ, ਇਸੇ ਤੇ ਕਰ ਲਈਏ ਕਿ ਕੋਈ ਉਸ ਕਥਾ ਵਾਚਕ ਦੀ ਆ ਕੇ ਸਿਫਤ ਕਰ ਜਾਏ ਕਿ ਬੜੀ ਸੋਹਣੀ ਕਥਾ ਕਰਦਾ ਹੈ। ਔਰ ਚਾਹੀਦਾ ਤੇ ਸੱਚਮੁੱਚ ਜੇ ਗੁਰਮਤਿ ਦੇ ਅਨੁਸਾਰ ਕਰਦਾ ਹੈ ਤੇ ਬਿਲਕੁਲ ਮੰਨ ਲੈਣਾ ਚਾਹੀਦਾ ਕਿ ਹਾਂ ਭਾਈ ਬੜੀ ਸੋਹਣੀ ਕਥਾ ਕਰਦਾ ਹੈ। ਜਿਹੜਾ ਵਿਸ਼ੇਸ਼ ਹੈ ਉਹਦੀ ਉਸਤਤ ਹੁੰਦੀ ਹੋਵੇ, ਪਰ ਮਨਮੁਖ ਜਿਹੜਾ ਹੈ ਉਹਦੀ ਉਸਤਤ ਵੇਖ ਕੇ ਬਰਦਾਸ਼ਤ ਨਹੀਂ ਕਰਦਾ। ਸੁਣ ਕਰ ਨਹੀਂ ਸਹਾਰਣੀ, ਜਰ ਬਰ ਤਿਹ ਤੇ ਜਾਏ। ਸਗੋਂ ਦੂਜੇ ਦੀ ਉਸਤਤ ਹੁੰਦੀ ਹੋਈ ਸੁਣ ਕੇ ਸੜਬਲ ਜਾਂਦਾ ਹੈ ਕਿ ਨਹੀਂ ਕਥਾ ਤਾਂ ਬੜੀ ਸੋਹਣੀ ਕਰਦਾ, ਫਿਰ ਕੋਈ ਨਾ ਕੋਈ ਵਿੱਚੋਂ ਔਗੁਣ ਕੱਢ ਕੇ ਸੁਣਾ ਦੇਗਾ। ਮਨਮੁਖ ਦੀ ਨਿਸ਼ਾਨੀ ਹੈ ਨਾ, ਉਹਨੇ ਔਗੁਣ ਹੀ ਲੱਭਣੇ ਨੇ। ਦੇਖੋ ਭਾਵੇਂ ਕਿਸੇ ਨੇ ਕਰੋੜਾਂ ਰੁਪਈਆ ਲਾ ਕੇ ਘਰ ਬਣਾਇਆ ਹੋਵੇ, ਆਪਣੇ ਵੱਲੋਂ ਦੁਨੀਆ ਦੀ ਸਭ ਤੋਂ ਮਹਿੰਗੀ ਚੀਜ਼ ਲਾਈ ਹੋਵੇ, ਪਰ ਜਿਹੜੇ ਮਨਮੁਖ ਬਿਰਤੀ ਵਾਲੇ ਨੇ ਨਾ, ਉਹ ਕਿਤੇ ਨਾ ਕਿਤੇ ਕੋਈ ਨਾ ਕੋਈ ਕਮੀ ਕੱਢ ਹੀ ਜਾਣਗੇ। ਉਹਨਾਂ ਦੀ ਬਿਰਤੀ ਕੀੜੀ ਵਰਗੀ ਹੈ ਕਿ ਲੋਕ ਜਿਹੜੇ ਨੇ ਉਹ ਵੇਖਦੇ ਨੇ ਐਡਾ ਵੱਡਾ ਘਰ, ਪਰ ਕੀੜੀ ਵੇਖਦੇ ਕਿ ਕਿੱਥੇ ਵਿੱਥ ਕਿੱਥੇ ਹੈ, ਉਹਨੂੰ ਵਿੱਥ ਵੇਖ ਹੀ ਲੈਣੀ ਹੈ। ਹੁਣ ਸਤਿਗੁਰੂ ਜੀ ਕਿਰਪਾ ਕਰਕੇ ਸਮਝਾ ਰਹੇ ਨੇ ਕਿ ਭਾਈ ਨਹੀਂ, ਦੂਸਰੇ ਦੇ ਉਸ ਤੋਂ ਸੁਣ ਕੇ ਜਿਹੜੇ ਨਹੀਂ ਸਹਾਰਨੇ, ਇਹ ਮਨਮੁਖ ਦੀ ਨਿਸ਼ਾਨੀ ਹੈ। ਦੇਖਿਓ ਸੋ ਮੇਰੂ ਹੈ, ਇਸ ਬਿਦ ਨਿੰਦ ਅਡਾਏ। ਕਿਸੇ ਦੀ ਉਸਤਤ ਵੇਖ ਕੇ ਸਗੋਂ ਸਮਝਦਾ ਕਿ ਨਹੀਂ ਮੈਂ ਉਹਦੇ ਤੋਂ ਵੱਡਾ ਗੁਣ ਕਰਕੇ, ਉਹਦੇ ਨਾਲੋਂ ਜ਼ਿਆਦਾ ਤੇ ਮੈਨੂੰ ਕੁਛ ਹੁੰਦਾ ਹੈ। ਬਸ ਉਹਦੀ ਕੋਈ ਨਿੰਦਿਆ ਕਰ ਜਾਏ ਤਾਂ ਫਿਰ ਬੜੇ ਧਿਆਨ ਦੇ ਨਾਲ ਸੁਣੇਗਾ, ਹਾਂ ਇਹ ਕੰਮ ਠੀਕ ਹੈ, ਨਿੰਦਿਆ ਜਿੰਨੀ ਮਰਜ਼ੀ ਸੁਣਾ ਦਿਓ। ਸਮ ਸੋ ਗਰਭ ਅਸੂਆ ਧਰਹੀ, ਉਹ ਨਰ ਕਿਆ ਹੂੰ ਗੁਣ ਭਰਪੂਰ ਹੀ। ਆਪਣੇ ਬਰਾਬਰ ਵਾਲੇ ਦੇ ਨਾਲ ਘੁਮੰਡ ਕਰੇ, ਹੰਕਾਰ ਕਰੇ, ਬਰਾਬਰ ਵਾਲੇ ਨੂੰ ਆਪਣਾ ਬਰਾਬਰ ਨਾ ਸਮਝੇ, ਉਹਦੇ ਨਾਲ ਵੀ ਈਰਖਾ ਕਰੀ ਜਾਏ, ਵੱਡੇ ਨਾਲ ਵੀ ਕਰੀ ਜਾਏ, ਛੋਟੇ ਨਾਲ ਵੀ ਕਰੀ ਜਾਏ। ਬਸ ਇਹ ਕਹੇ ਜਾਵੇ ਕਿ ਮੇਰੇ ਵਰਗਾ ਕੋਈ ਵੀ ਨਹੀਂ। ਚੌਥੇ ਹੱਠ ਬਿਰਤੇ ਅਸ ਜੋਏ, ਦੇ ਉਪਦੇਸ਼ ਨ ਮੰਨੈ ਕੋਏ। ਮਨਮੁਖ ਦੀ ਚੌਥੀ ਨਿਸ਼ਾਨੀ ਇਹ ਹੈ ਭਾਈ ਕਿ ਉਹ ਆਪਣਾ ਹੱਠ ਨਹੀਂ ਛੱਡਦਾ, ਜਿੱਦ ਨਹੀਂ ਛੱਡਦਾ। ਦੇ ਉਪਦੇਸ਼ ਨਾ ਮੰਨੇ ਕੋਈ, ਜਿੰਨਾ ਮਰਜ਼ੀ ਕੋਈ ਸਮਝਾਵੇ ਉਪਦੇਸ਼ ਦੇਵੇ ਕਿ ਵੀ ਜਿੱਦ ਨਹੀਂ ਕਰੀਦੀ, ਹੱਠ ਨਹੀਂ ਕਰੀਦਾ। ਉਹ ਫਿਰ ਅੱਗੋਂ ਕਈ ਤਰ੍ਹਾਂ ਦੇ ਤਰਕ ਦੇਗਾ, ਮੈਂ ਤਾਂ ਆਪਣੇ ਹੱਕ ਵਾਸਤੇ ਕਰ ਰਿਹਾ, ਮੈਂ ਜਿੱਦ ਥੋੜ੍ਹੀ ਕਰ ਰਿਹਾ। ਜਿੰਨਾ ਮਰਜ਼ੀ ਕੋਈ ਸਮਝਾਵੇ ਆਪਣੀ ਜਿੱਦ ਛੱਡਦਾ ਹੀ ਨਹੀਂ। ਤਤ ਪੇ ਹਟਕਾਰ ਕਰ ਪੁਨ ਕਹੇ, ਚਤੁਰ ਕਰਮ ਮਨਮੁਖ ਕੋ ਅਹੇ। ਸਤਿਗੁਰੂ ਜੀ ਕਹਿੰਦੇ ਨੇ ਬਸ ਮਨਮੁਖ ਦਾ ਚੌਥਾ ਕਰਮ ਹੀ ਹੈ, ਹੱਠ ਤੋਂ ਕੋਈ ਸਮਝਾਵੇ ਸਗੋਂ ਹੋਰ ਹੱਠ ਕਰਦਾ ਹੈ, ਕਿਸੇ ਦੀ ਗੱਲ ਮੰਨਦਾ ਹੀ ਨਹੀਂ। ਤਿਨ ਕੋ ਤਿਆਗ ਕਰੋ ਤੁਮ ਐਸੇ, ਸਿਸਰ ਬਿਖਿਆ ਤਾਰ ਪਤਰਨ ਜੈਸੇ। ਸਤਿਗੁਰੂ ਜੀ ਕਹਿੰਦੇ ਨੇ ਬਸ ਇਹਨਾਂ ਸਾਰਿਆਂ ਨੂੰ ਛੱਡ ਕੇ ਨਾ, ਇਹ ਮਨਮੁਖ ਵਾਲੇ ਕਰਮ ਨੇ, ਇਹਨਾਂ ਕਰਮਾਂ ਨੂੰ ਛੱਡ ਕੇ ਇੱਕ ਕੰਮ ਕਰੋ,
कि जिवें पतझड़ रुੱਤ ਦੇ ਵਿੱਚ ਪੱਤੇ ਝੜਦੇ ਨੇ ਨਾ, ਉਹ ਪੱਤੇ ਪੁਰਾਣੇ ਜਿਹੜੇ ਉਹਦਾ ਸਾਥ ਛੱਡ ਜਾਂਦੇ ਨੇ, ਫਿਰ ਨਵੇਂ ਆਉਂਦੇ ਨੇ। ਪਹਿਲੀਆਂ ਬਿਰਤੀਆਂ ਬਿਲਕੁਲ ਪਤਝੜ ਸਮਝ ਕੇ ਉਹਨਾਂ ਨੂੰ ਛੱਡ ਦਿਓ। ਅੱਜ ਤੋਂ ਅੰਦਰ ਜਿਹੜੇ ਨਵੇਂ ਅੰਕੁਰ, ਨਵੇਂ ਪੱਤੇ ਪੈਦਾ ਹੋਣ, ਉਹ ਨਵੇਂ ਗੁਣ ਪੈਦਾ ਕਰੋ। ਮਨਮੁਖ ਵਾਲੇ ਕਰਮ ਛੱਡ ਦਿਓ। ਸਿੱਖਣ ਕੋ ਗੁਰਦੇਵ ਸਨ, ਜਾਣੇ ਮਨ ਕਰ ਨੀਵ। ਇਹ ਬਿਰਤੀਆਂ ਛੱਡ ਕੇ ਹੁਣ ਗੁਣ ਕਿਹੜੇ ਧਾਰਨ ਕਰਨੇ ਨੇ, ਉਹਨਾਂ ਨੂੰ ਤਾਂ ਪਤਝੜ ਸਮਝ ਕੇ ਛੱਡ ਦਿਓ। ਉਹਨਾਂ ਜੋ ਕੁਛ ਕਰਤਾ ਨਾ ਉਹਨੂੰ ਲੈ ਕੇ ਪਛਤਾਉਂਦੇ ਰਹੋ, ਨਾ ਬਾਰ-ਬਾਰ ਸੋਚਦੇ ਰਹੋ। ਅਗਲਾ ਕਰਮ ਕਰੋ ਕਿ ਅੱਜ ਤੋਂ ਬਾਅਦ ਸਿੱਖਣ ਕੋ ਗੁਰਦੇਵ ਸਮ ਜਾਣੇ। ਗੁਰੂ ਕੇ ਸਿੱਖ ਹੁਣ ਸਿੱਖ, ਬਸ ਉਹਨੂੰ ਗੁਰੂ ਜਿੰਨਾ ਸਤਿਕਾਰ ਹੀ ਦੇਣਾ ਹੈ। ਗੁਰੂ ਵਾਂਗੂ ਨਮਸਕਾਰ ਨਹੀਂ ਕਰਨੀ, ਗੁਰੂ ਨਹੀਂ ਬਣਾ ਲੈਣਾ, ਪਰ ਗੁਰੂ ਦਾ ਸਿੱਖ ਜਾਣ ਕੇ ਕਿ ਮੇਰੇ ਗੁਰੂ ਦਾ ਸਿੱਖ ਹੈ, ਮੇਰਾ ਸਿੱਖ ਭਰਾ ਹੈ, ਵੱਡਾ ਹੈ ਛੋਟਾ ਹੈ, ਬਸ ਉਸੇ ਤਰ੍ਹਾਂ ਦਾ ਉਹਨੂੰ ਪਿਆਰ ਦੇਣਾ ਹੈ ਕਿ ਮੇਰੇ ਗੁਰੂ ਦਾ ਸਿੱਖ ਹੈ। ਧਰਮ ਕਿਰਤ ਕਰ ਜਗਤ ਮੈਂ ਖਾਵੈ ਵੰਡ ਸਦੀਵ। ਇੱਕ ਸਤਿਕਾਰ ਦੇਣਾ ਸਿੱਖਾਂ ਨੂੰ, ਤੇ ਦੂਸਰਾ ਕਰਮ ਇਹ ਕਰਨਾ ਕਿਰਤ ਕਰਨੀ ਧਰਮ ਦੀ। ਧਰਮ ਦੇ ਕਿਰਤ ਤੋਂ ਭਾਵ ਇਹ ਹੈ ਕਿ ਕਿਸੇ ਦਾ ਹੱਕ ਨਹੀਂ ਮਾਰਨਾ ਕਿਸੇ ਵੀ ਢੰਗ ਨਾਲ। ਫਿਰ ਦਸਾਂ ਨੋਹਾਂ ਦੀ ਕਿਰਤ ਕਰਕੇ ਉਹਦੇ 'ਚੋਂ ਵੱਧ ਮਿਲ ਜੇ ਘੱਟ ਮਿਲ ਜੇ, ਜਿੰਨਾ ਵੀ ਮਿਲ ਜੇ ਸਬਰ ਸੰਤੋਖ ਦੇ ਵਿੱਚ ਰਹਿ ਕੇ ਖਾਵੇ ਵੰਡ ਸਦੀਵ। ਉਹਦੇ ਵਿੱਚੋਂ ਵੀ ਵੰਡ ਕੇ ਖਾਵੇ। ਇਹ ਦਸਵੰਧ ਕੱਢਣ ਵਾਲੀ ਭਾਵੇਂ ਆਦਤ ਅੱਜ ਸਾਡੇ ਵਿੱਚੋਂ ਨਿਕਲ ਚੁੱਕੀ ਹੈ, ਪਰ ਗੁਰੂ ਸਾਹਿਬ ਜੀ ਨੇ ਬਾਰ-ਬਾਰ ਸਮਝਾਇਆ ਹੈ। ਦਸਵੰਧ ਦਾ ਅਰਥ ਇਹ ਹੈ ਕਿ ਸਾਰਾ ਦਿਨ ਕਿਰਤ ਕਰਕੇ ਜੇ ਤੈਨੂੰ 100 ਵੀ ਮਿਲਿਆ ਨਾ, ਤੇ 10 ਰੁਪਏ ਦਸਵੰਧ ਤੇ ਬਣਦਾ ਹੀ ਹੈ, ਵੰਡ ਕੇ ਛਕਣਾ ਭਾਈ। ਆਸ ਉਪਦੇਸ਼ ਗੁਰੂ ਕੋ ਸੁਣ ਕੈ, ਮੰਨਿਓ ਮਨ ਕੇ ਨੂੰ ਸ਼ੁਭ ਗੁਣ ਕੈ। ਔਰ ਉਹ ਸਿੱਖ ਤੋਂ ਇਹ ਆਮ ਅੱਜ ਵੀ ਕਿਹਾ ਜਾਂਦਾ ਕਿ ਭਾਵੇਂ ਗੁਰੂ ਘਰ ਕੱਚੇ ਸਨ, ਪਰ ਗੁਰੂ ਕੇ ਸਿੱਖ ਬੜੇ ਪੱਕੇ ਸਨ। ਕਿਉਂਕਿ ਜਿਹੜਾ ਉਪਦੇਸ਼ ਗੁਰੂ ਸਾਹਿਬ ਤੋਂ ਸੁਣ ਲਿਆ, ਕੇਵਲ ਸੁਣੇ ਥੋੜ੍ਹੀ, ਉਹਨੂੰ ਮੰਨਿਆ ਵੀ, ਉਸੇ ਤਰ੍ਹਾਂ ਫਿਰ ਕੀਤਾ ਵੀ। ਗੁਰੂ ਕੇ ਸਿੱਖਾਂ ਨੇ ਗੁਰੂ ਦਾ ਉਪਦੇਸ਼ ਸੁਣਿਆ, ਮੰਨਿਆ, ਤੇ ਸ਼ੁਭ ਜਾਣ ਕੇ ਕਿ ਜੋ ਗੁਰੂ ਕਹਿੰਦੇ ਨੇ ਸਾਡੇ ਭਲੇ ਲਈ ਕਹਿੰਦੇ ਨੇ। ਬਸ ਇਹ ਜਾਣ ਕੇ ਕਹਿੰਦੇ ਉਹਨਾਂ ਨੇ ਕਰਮ ਉਹ ਹੀ ਕੀਤੇ ਜੋ ਗੁਰੂ ਨੇ ਕਹੇ। ਬਰਤਨ ਲੱਗੇ ਜਗਤ ਮਹਿ ਐਸੇ, ਕੈਵਲ ਹੋਵੇਂ ਪ੍ਰਾਪਤ ਜੈਸੇ। ਬਸ ਕਹਿੰਦੇ ਜਗਤ ਵਿੱਚ ਉਸੇ ਤਰ੍ਹਾਂ ਰਹਿਣ ਲੱਗ ਗਏ, ਜਿਹਦੇ ਨਾਲ ਜਿਉਂਦਿਆਂ ਜੇ ਇਹਨਾਂ ਵਿਕਾਰਾਂ ਤੋਂ ਮੁਕਤੀ ਮਿਲ ਜੇ, ਉਸੇ ਤਰ੍ਹਾਂ ਰਹਿਣ ਲੱਗ ਗਏ ਜਿਵੇਂ ਗੁਰੂ ਸਾਹਿਬ ਨੇ ਸਮਝਾਇਆ, ਔਰ ਸੌਖਾ ਢੰਗ ਸਮਝਾਇਆ। ਭਈ ਮਨਮੁਖਾਂ ਵਾਲੇ ਕਰਮ ਛੱਡਣੇ ਨੇ, ਤੇ ਗੁਰਮੁਖਾਂ ਵਾਲੇ ਜਿਹੜੇ ਕਰਮ ਨੇ, ਗੁਣ ਨੇ, ਇੱਕ ਇੱਕ ਕਰਕੇ ਜਿੰਨੇ ਮਿਲ ਜਾਣ ਉਹਨਾਂ ਗੁਣਾਂ ਨੂੰ ਧਾਰਨ ਕਰਨਾ ਹੈ। ਹੁਣ ਇਹਦੇ ਵਿੱਚ ਬਹੁਤੀ ਪੜ੍ਹਾਈ ਦੀ ਲੋੜ ਨਹੀਂ, ਬਹੁਤੇ ਕਿਸੇ ਗਿਆਨ ਦੀ ਲੋੜ ਨਹੀਂ, ਪਰ ਕਿਉਂਕਿ ਅਸੀਂ ਕਰਮ ਛੱਡਣੇ ਨਹੀਂ ਚਾਹੁੰਦੇ। ਮਨਮੁਖਾਂ ਵਾਲੇ ਤੇ ਆਪਣੇ ਮਨ ਦੇ ਮਰਜ਼ੀ ਵਾਲੇ ਛੱਡਣੇ ਨਹੀਂ ਚਾਹੁੰਦੇ। ਦੇਖੋ, ਭਾਵੇਂ ਰਹਿਤ ਮਰਿਆਦਾ ਕਈ ਵਾਰੀ ਬੇਨਤੀ ਕੀਤੀ, ਸਾਨੂੰ ਬੜੇ ਸਪਸ਼ਟ ਤੌਰ 'ਤੇ ਦੱਸਦੀ ਹੈ। ਔਰ ਇੱਕ ਛੋਟਾ ਜਿਹਾ ਕਰਮ ਹੈ, ਅਸੀਂ ਅੱਜ ਤੱਕ ਜੇ ਉਹਨੂੰ ਨਹੀਂ ਸਮਝ ਸਕੇ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ 550 ਸਾਲ ਹੋ ਗਏ ਸਾਨੂੰ ਸਮਝਾਉਂਦਿਆਂ ਨੂੰ। ਭਈ ਸਰੀਰ ਦੇ ਵਿੱਚੋਂ ਜਦੋਂ ਆਤਮਾ ਨਿਕਲ ਗਈ, 5 ਤੱਤ 5 ਤੱਤਾਂ ਦੇ ਵਿੱਚ ਮਿਲ ਗਏ, ਆਤਮਾ ਜਿੱਥੇ ਜਾਣੀ ਸੀ ਚਲੀ ਗਈ। ਔਰ ਫਿਰ ਰਹਿਤ ਮਰਿਆਦਾ ਬਣੀ ਨੂੰ ਵੀ ਤਕਰੀਬਨ 80-85 ਸਾਲ ਹੋ ਗਏ, ਜਿਹਦੇ ਵਿੱਚ ਬਿਲਕੁਲ ਸਾਫ਼ ਲਿਖਿਆ ਹੈ। ਔਰ ਆਪਾਂ ਪੜ੍ਹਦੇ ਵੀ ਹਾਂ, ਅਰਦਾਸ ਵੀ ਕਰਨੇ ਹਾਂ ਕਿ ਫਲਾਣਾ ਜਿਹੜਾ ਚੜ੍ਹਾਈ ਕਰ ਗਿਆ, ਅੱਜ ਸਾਰੀ ਸੰਗਤ ਵੱਲੋਂ ਉਹਦੀ ਅੰਤਮ ਅਰਦਾਸ ਹੈ। ਪਰ ਸਾਨੂੰ ਇੰਨੀ ਕੋਈ ਗੱਲ ਸਮਝ ਕੋਈ ਨਹੀਂ ਆਉਂਦੀ ਕਿ ਸਾਲ ਬਾਅਦ ਫਿਰ ਦੁਬਾਰੇ ਅਰਦਾਸ ਕਿਉਂ ਹੋਊਗੀ ਜੀ। ਸਹਿਜ ਪਾਠ ਕਰੋ, ਅਖੰਡ ਪਾਠ ਕਰਾਓ, ਜ਼ਰੂਰ ਕਰਾਓ, ਪਰ ਇੱਕ ਭਰਮ ਦੇ ਵਿੱਚ ਆ ਕੇ, ਕਿਉਂਕਿ ਅੱਜ ਫਿਰ ਵਰੇਣਾ ਆ ਗਿਆ ਜੀ, ਅੱਜ ਤਾਂ ਅਰਦਾਸ ਕਰਨੀ ਹੈ। ਜਦੋਂ ਅੰਤਿਮ ਅਰਦਾਸ ਹੋਏਗੀ ਫਿਰ ਗੁਰੂ 'ਤੇ ਭਰੋਸਾ ਕਰ ਲਓ, ਸੰਗਤ 'ਤੇ ਭਰੋਸਾ ਕਰ ਲਓ। ਸਾਰੀ ਸੰਗਤ ਨੂੰ ਵੀ ਝੂਠਾ ਪਾਇਆ, ਗ੍ਰੰਥੀ ਸਿੰਘ ਨੂੰ ਵੀ ਝੂਠਾ ਪਾਇਆ, ਆਪ 'ਤੇ ਪਈ, ਔਰ ਗ੍ਰੰਥੀ ਸਿੰਘ ਨੇ ਤੇ ਫਿਰ ਦੁਬਾਰੇ ਅਰਦਾਸ ਕਰਨੀ ਹੈ।
कि सतगुरु जी अंतिम अरदास तो कर देते सी, पर सानू यकीन कोई नहीं, अज फिर करना है। गुरु के सिखो इस गल नूं समझो, जो गुरु कहते ने साडे भले लिए कहते ने मन लीए, और रहत मर्यादा विच लिखिया होया है। अंतिम अरदास तो बाद उस प्राणी दे निमित्त कोई कर्म नहीं करना। मोड़वी मकान वास्ते स्पैशल लिखिया होया, कोई मोड़वी मकान नहीं, कोई कर्म करना ही नहीं। फिर मोड़वी कीते होर की, किसी तरह का कोई कर्म नहीं करना। जदों अंतिम अरदास हो गई, बस उस प्राणी के निमित्त नहीं करना, अपने लिए जो मर्जी करी जाओ। हुण गुरु के सिखां ने सतगुरु के बचनों को मन्निया तो जीवन में फिर कमाया, उस तरह वरतन लगे। सिंहा गजन दोनों भाई, सो आए सतगुरु शरण आए। कहते इन्हां तो बाद दो भरा, भाई सिंहा ते भाई गजन, दोवें सके भरा ने गुरु साहब के चरणों के विच आए। आके इन्होंने नमस्कार की। दर्शन देखियो श्री सुख कंदा, करे बंदना पद अरबिंदा। सुखां दे दाते सतगुरु धन गुरु नानक साहिब जी दे आके दर्शन किए, चरणा कमलों ते सिर रख के नमस्कार की, मत्था टेकिया। कर जोरे ठांडे भए अस कीनी अरदास। सतगुरु के सामने दोवें हाथ जोड़ के दोवें भरा खलोते ते दोवां ने एक अरदास की कि हे सतगुरु चतुर पदार्थ देहो प्रभु, जन्म मरण कट फास। और मंग जी बड़ी वड्डी मंगी, चार पदार्थ जेडे बड़े दुर्लभ ने, मिलते नहीं। सतगुरु के चरणों विचों आके वही मंग ले, सतगुरु जी चारे पदार्थ दे दिओ ते जन्म मरण भी कटिया जाए। और धन गुरु नानक देव सच्चे पातशाह ने जिथे कृपा की, धन गुरु अर्जन देव जी ये सुखमणी साहिब दे विच सानू बचन करके समझाते भी ने, भाई सिखो भरोसे नाल आयो ते सच जाणियो। जे कोई चार पदार्थ भी मंगेगा ना, गुरु साहब ने वो भी दे देने ने। क्योंकि धन गुरु अमरदास सच्चे पातशाह जी ने कहा कि साचे साहिबा क्या नहीं करते रहे, करता तेरा सब कुछ है। सब कुछ का मतलब चार पदार्थ भी मिल जाएंगे। और गुरु साहब जी कहते ने चार पदार्थ जे को मंग है, बस उनके वास्ते करना की है कि साध जना की सेवा लग गए। सेवा के विचों चारे पदार्थ भी मिलणगे। हुण इन्हां ने आकर अरदास की, सतगुरु जी चार पदार्थ बख्श दिओ, जन्म मरण दी फाहियां भी कट दिओ। तुमरे सरसना अपर उधारा, जो जाचे सो दे दतारा। सतगुरु जी तुहाडे वर्गा दाता कोई नहीं, ना कोई होना है। क्योंकि तुहाडे कोलों जो भी कोई मंगदा है कुछ, उसनूं तुसीं ओही कुछ दिंदे हो। और सतगुरु जी पावन बचन बाणी दे विच कहिंदे भी ने, जो मांगे ठाकुर अपने ते सोई सोई देवै। पर देगा उन्हों, ये नहीं कि असीं मन दी मर्जी भी करी आईए तो मंगी भी आईए फिर कहिए सानू तो मिलिया नहीं। देगा तो उन्होंने ना जिहड़ा गुरु की मत नूं लैके चलेगा। और गुरु साहब जी ने कृपा की, जो कुछ मंगे मिलता तो सारा कुछ है। पर जे कोई आके ये मंग लवे कि सतगुरु जी तुहाडे तो बिना कुछ नहीं चाहिए, तुसी ही मेरे नाल चलो, हर वेले तुसी नाल रहो। तो धन गुरु अर्जन देव जी कहते हैं, ऐसे मंगण वाले गुरु के सिख के चरणों च मेरी नमस्कार है। उस पद विच कहते हैं जिथे कहते हैं चार पदार्थ जे को मंग है। अखीर ते कहते हैं, जिस जन को प्रभ दर्श प्यासा, नानक ताके बल बल जस। कि सतगुरु जी चार पदार्थ नहीं चाहिए, तुसी चाहिए जी, तुसी नाल चलो। हुण इत्थे अरदास बेनती की कि आसा धर अरदास बखानी, पूर्ण के जय सिरे गुण खाने। सतगुरु जी सुनिया, जो कोई तुहाडे तो मंगदा तुसी दिंदे हो। असीं भी आस लैके आए हैं, एक आस रख के अरदास की कि चारे पदार्थ दे दिओ, जन्म मरण का जिहड़ा गेड़ है वो मुका दिओ। सुन कैसरी गुर गिरा अलाई,
ਲੋਚਨ ਕੋਰਨ ਕਰੁਣਾ ਛਾਈ। ਔਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ, ਜਿਨ੍ਹਾਂ ਦੀਆਂ ਅੱਖਾਂ ਦੇ ਵਿੱਚ, ਜਿਨ੍ਹਾਂ ਦੇ ਨੇਤਰਾਂ ਦੇ ਵਿੱਚ ਹਰ ਵੇਲੇ ਹੀ ਕਰੁਣਾ ਰਹਿੰਦੀ ਹੈ, ਦਇਆ ਰਹਿੰਦੀ ਹੈ। ਸਤਿਗੁਰੂ ਜੀ ਦਇਆ ਦੇ ਘਰ ਵਿੱਚ ਆ ਕੇ ਕਹਿੰਦੇ ਨੇ, ਸਿਮਰੋ ਵਾਹਿਗੁਰੂ ਲਿਵ ਲਾਈ, ਦੇ ਪਦਾਰਥ ਸੋ ਤੁਮ ਤਾਈ। ਸਤਿਗੁਰੂ ਕਹਿੰਦੇ ਨੇ ਪਦਾਰਥ ਭਾਈ ਅਸੀਂ ਨਹੀਂ ਦੇਣੇ, ਦੇਣ ਵਾਲਾ ਤਾਂ ਇੱਕੋ ਹੀ ਦਾਤਾ ਹੈ ਨਾ। ਉਹ ਪੜ੍ਹਦੇ ਅਸੀਂ ਜ਼ਰੂਰ ਹਾਂ ਕਿ ਸਭਨਾ ਜੀਆਂ ਕਾ ਇੱਕ ਦਾਤਾ, ਪਰ ਸ਼ਾਇਦ ਭਰੋਸਾ ਨਹੀਂ ਕਰਦੇ। ਕਿਉਂਕਿ ਕਾਰਨ ਇਹ ਹੈ ਨਾ, ਜੇ ਡੇਰਿਆਂ 'ਤੇ ਜਿਹੜੀ ਆਮ ਗੁਰੂ ਘਰਾਂ ਦੇ ਨਾਲੋਂ ਸੰਗਤ ਵੱਧ ਹੈ, ਭੀੜ ਕਹਿ ਲਈ ਕਿ ਭੀੜ ਵੱਧ ਹੈ, ਕਾਰਨ ਇਹ ਕਿ ਸਾਨੂੰ ਭਰੋਸਾ ਨਹੀਂ ਕਿ ਜੋ ਮੰਗਾਂਗੇ ਸ਼ਾਇਦ ਮਿਲ ਜਾਏਗਾ। ਪਰ ਸਤਿਗੁਰੂ ਜੀ ਕਹਿੰਦੇ ਨੇ ਉਹ ਦੇਣ ਵਾਲਾ ਇੱਕੋ ਹੀ ਦਾਤਾ ਹੈ, ਉਹਨੂੰ ਸਿਮਰੋ। ਸਿਮਰੋ ਵਾਹਿਗੁਰੂ ਲਿਵ ਲਾਈ, ਤੇ ਲਿਵ ਲਾ ਕੇ ਸਿਮਰੋ, ਸੂਰਤ ਜੋੜ ਕੇ ਰੱਖੋ। ਕਹਿ ਸੋਇਆ ਕੋ ਅਰਥ ਬਤਾਓ, ਦੇ ਉਪਦੇਸ਼ ਭਲੇ ਸਮਝਾਵੋ। ਕਿਉਂਕਿ ਹੁਣੇ ਪਹਿਲੀ ਵਾਰ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਏ ਨੇ, ਪਹਿਲੀ ਵਾਰੀ ਆ ਕੇ ਦਰਸ਼ਨ ਕੀਤੇ ਨੇ, ਔਰ ਨਾਮ ਜੀ ਨੇ ਸੁਣੇ ਨੇ ਭਾਈ ਸਿੰਘਾਂ ਤੇ ਭਾਈ ਗੱਜਣ। ਇਹਨਾਂ ਨੇ ਪਹਿਲੀ ਵਾਰੀ ਸੁਣਿਆ ਕਿ ਵਾਹਿਗੁਰੂ ਵੀ ਕਹੀਦਾ ਹੈ। ਸਤਿਗੁਰੂ ਜੀ ਵਾਹਿਗੁਰੂ ਹੁੰਦਾ ਕੀ ਹੈ ਤੇ ਵਾਹਿਗੁਰੂ ਦੇ ਅਰਥ ਕੀ ਨੇ, ਸਾਨੂੰ ਪਹਿਲੋਂ ਤੇ ਸਮਝਾਓ। ਵਾਹਿਗੁਰੂ ਤੇ ਤਾਂ ਹੀ ਕਵਾਂਗੇ ਨਾ ਕਿ ਵਾਹਿਗੁਰੂ ਕਹਿੰਦੇ ਕਿਹਨੂੰ ਨੇ, ਵਾਹਿਗੁਰੂ ਕੀ ਹੈ, ਉਹਦੇ ਅਰਥ ਵੀ ਸਮਝਾਓ। ਤਬ ਸ੍ਰੀ ਨਾਨਕ ਅਰਥ ਬਖਾਨਾ, ਜੇ ਸਿਮਰੇ ਸੇ ਨਰਮਤਵਾਨਾ। ਉਦੋਂ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਅਰਥ ਵੀ ਸਮਝਾਏ, ਤੇ ਨਾਲੇ ਕਹਿੰਦੇ ਨੇ ਭਾਈ ਸਿੱਖੋ ਅਰਥ ਸਮਝਾਉਣਾ, ਪਰ ਪਹਿਲੋਂ ਇੱਕ ਗੱਲ ਚੇਤੇ ਰੱਖ ਲਿਓ ਕਿ ਜੋ ਸਿਮਰੇ ਸੇ ਨਰਮਤਵਾਨਾ, ਜਿਹੜੇ ਸਿਮਰਦੇ ਜਿਹੜਾ ਸਤਿਨਾਮ ਵਾਹਿਗੁਰੂ, ਸਭ ਤੋਂ ਸਿਆਣੇ ਨੇ, ਅਕਲਮੰਦ ਨੇ। ਇਹ ਕਹਿ ਲਏ ਕਿ ਸਭ ਤੋਂ ਵਿਦਵਾਨ ਉਹ ਨੇ, ਭਾਵੇਂ ਉਹਨਾਂ ਨੂੰ ਊੜਾ ਵੀ ਨਹੀਂ ਆਉਂਦਾ। ਜਿਹੜੇ ਸਿਮਰਦੇ ਨੇ ਸਭ ਤੋਂ ਸਿਆਣੇ ਨੇ। ਹੁਣ ਸਤਿਗੁਰੂ ਜੀ ਅੱਗੇ ਅਰਥ ਸਮਝਾਉਂਦੇ ਨੇ, ਦੋਹਰਾ ਵਾਸਦੇਵ ਵਾਵਾ ਵਰਨ ਹਾ ਹਰ ਕੇ ਹਰ ਤੇ ਲੀਨ। ਹੁਣ ਸਤਿਗੁਰੂ ਜੀ ਅੱਖਰੀ ਅਰਥ ਸਮਝਾ ਰਹੇ ਨੇ। ਵਾਹਿਗੁਰੂ 4 ਅੱਖਰ ਨੇ, ਜੇ ਮਾਤਰਾ ਨੂੰ ਛੱਡ ਦੀਏ, ਵਾਹ ਵਾਹ ਹਾ ਹਾ ਗੱਗਾ ਤੇ ਰਾਰਾ। ਹੁਣ ਸਤਿਗੁਰੂ ਜੀ ਕਹਿੰਦੇ ਨੇ ਪਹਿਲੇ ਯੁੱਗਾਂ ਦੇ ਵਿੱਚ ਜਪਿਆ ਜਾਂਦਾ ਸੀ ਰੱਬ ਨੂੰ, ਵਾਸਦੇਵ ਕਹਿ ਕੇ ਕੋਈ ਜਪਦਾ ਸੀ। ਔਰ ਵਾਸਦੇਵ ਜਿੰਦਾ ਵਸ ਸਾਰਿਆਂ ਦੇ ਵਿੱਚ ਹੈ। ਉਸ ਵਾਸਦੇਵ ਤੋਂ ਗੁਰੂ ਸਾਹਿਬ ਜੀ ਕਹਿੰਦੇ ਨੇ ਵਾਹ ਵਾਹ ਵਰਨ ਲਿਆ, ਵਾਹ ਵਾਹ ਅੱਖਰ ਲਿਆ। ਇਹ ਕਹਿ ਲਏ ਕਿ 4 ਯੁੱਗਾਂ ਨੂੰ ਮਿਲਾ ਕੇ ਵਾਹਿਗੁਰੂ ਬਣਿਆ। ਵਾਸਦੇਵ ਤੋਂ ਵਾਹ ਵਾਹ ਲਿਆ, ਹਾ ਹਾ ਹਰ ਤੇ ਲੀਨ। ਤੇ ਸਮਾਂ ਸੀ ਜਦੋਂ ਲੋਕ ਹਰ ਹਰ ਜਪਦੇ ਸਨ। ਵੈਸੇ ਹਰ ਨਾਂ ਜਿਹੜਾ ਚੋਰ ਦਾ ਵੀ ਹੈ, ਠੱਗ ਦਾ ਵੀ ਹੈ। ਹਰ ਦੇ ਅਰਥ ਬੜੇ ਨੇ, ਹਰ ਖੋਹ ਲੈਣਾ ਵੀ ਕਹਿੰਦੇ ਨੇ। ਕਹਿੰਦੇ ਪਹਿਲੋਂ ਲੋਕ ਹਰ ਹਰ ਜਪਦੇ ਸਨ। ਬਸ ਇਹ ਕਹਿ ਲਈਏ ਕਿ ਉਹ ਹਰ ਹਰ ਦੇ ਵਿੱਚੋਂ ਇੱਕ ਅੱਖਰ ਲਿਆ, ਹਾ ਹਾ। ਗੱਗਾ ਗੋਬਿੰਦ ਤੇ ਲਿਓ, ਰਾਰਾ ਰਾਮ ਪ੍ਰਬੀਣ। ਗੋਬਿੰਦ ਗੋਬਿੰਦ ਵੀ ਲੋਕ ਜਪਦੇ ਸਨ, ਭਗਤ ਜੀ ਦੇ ਪਾਵਨ ਬਚਨ ਨੇ। ਗੋਬਿੰਦ 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 ਸੰਗ ਮਨ ਲੀਣਾ, ਆੜ ਦਾਮ ਕੋ ਸ਼ਿਪਰਾ ਹੋਇਓ ਲਖੀਣਾ। ਜਿਹਨੂੰ ਅੱਡੇ ਕੌਡੇ ਦਾ ਕਹਿੰਦੇ ਸਨ, ਤੇਰਾ ਨਾਮ ਜਪ ਕੇ ਉਹ ਲੱਖਾਂ ਦਾ ਹੋ ਗਿਆ, ਉਹ ਗੋਬਿੰਦ। ਹੁਣ ਸਤਿਗੁਰੂ ਜੀ ਕਹਿੰਦੇ ਲੋਕ ਗੋਬਿੰਦ ਕਰਕੇ ਜਪਦੇ ਸਨ, ਉੱਥੋਂ ਗੱਗਾ ਅੱਖਰ ਲਿਆ। ਰਾਮ ਰਾਮ ਜਪਦੇ ਸਨ, ਉੱਥੋਂ ਰਾਰਾ ਲਿਆ। 4 ਵਰਨਾਂ ਦੇ ਵਿੱਚੋਂ ਇੱਕ ਇੱਕ ਵਰ ਲਿਆ, ਇੱਕ ਇੱਕ ਵਰਨ ਲਿਆ, ਵਾਹਿਗੁਰੂ ਬਣਿਆ। ਏਕ ਨਾਮ ਤੇ ਚਤੁਰ ਸੋ ਜਾਪੂ, ਯਾਤੇ ਹੈ ਇੱਕ ਅਦਿਕ ਪ੍ਰਤਾਪੂ। ਹੁਣ ਸਤਿਗੁਰੂ ਜੀ ਕਹਿੰਦੇ ਨੇ 4 ਨੂੰ ਇਹ ਕਹਿ ਲਈਏ ਇੱਕ ਥਾਂ 'ਤੇ ਇਕੱਠਾ ਕੀਤਾ, ਇੱਕੋ ਹੀ ਨਾਮ ਬਣਾ ਦਿੱਤਾ, ਵਾਹਿਗੁਰੂ। ਇਸ ਕਰਕੇ ਇਹਨਾਂ ਦਾ ਪ੍ਰਤਾਪ ਵੀ ਸਭ ਤੋਂ ਵੱਡਾ ਹੈ, ਔਰ ਵਾਹਿਗੁਰੂ ਦੀ ਬਰਕਤ ਵੀ ਬੜੀ ਹੈ।
दूसर अर्थ और सुन लीजै, जाप करे सब संकट सीजै। ते वाहिगुरु का सतगुरु जी कहते हैं दूसरा अर्थ होर भी सुन लो, सौखा है। पहला ना भी याद रहे कि अखर कितों कितों ले, दूजा सौखा याद ते कहते ने जाप करे सब संकट सीजै। बस वाहिगुरु का जोड़ा जाप करे सारे संकट दूर हो जाते हैं, सौखा अर्थ है वाहिगुरु। दूजा अर्थ की है, किवें कहा जाता वाहिगुरु? वाह नाम अचरज पहचानो, यह के सत्या जग प्रगटानो। सतगुरु कहते ने वाह, वाह नाम अचरज दा है, हैरानी करने वाला। देखो कोई चीज़ आप वेखिए बड़ी सोहनी होवे और खास करके जेडे पहलों कदे ना वेखी होवे, तो इवें दी चीज़ नूं वेख के सब तो पहलों किहड़ी अंदरों आवाज़ की निकलती है? वाह, भी क्या चीज़ है, वाह, हैरानी करने वाली। कहते बस वो है ही हैरानीजनक है, वो अचरज है, अचरज तो निकलता है वाह। जिह के सत्या जग प्रगटानो, जिंदे सत्या सारे संसार दे विच प्रगट है। तो जदों संसार के बारे कुदरत के बारे वेखांगे, कुछ जानने का यतन करांगे तो सुभाविक है सब तो पहले आवाज़ निकलेगी कि वाह तेरी कुदरत, कि रब जी वाह तेरी कुदरत, वाह हैरानी करने वाला, हैरानीजनक। जिह सत्याकार लखियत पव है, सो न लखे जाए अनुभव है। सतगुरु कहते ने जिंदे सत्या वेखी तो नहीं जा सकती, पर वो अनुभव जरूर की जा सकती है। जदों इस कुदरत नूं वेखीए, संसार नूं देखीए, जानन का यतन करिए तो इहदे विच रब दे सत्या अनुभव की जा सकती है। या ते सो अचरज भयो, गुरु अर्थ सुन कान। इस करके वो अचरज है, उन्होंने वाह कहना बनता है। अगे कहते गुरु के अर्थ भी सुन लो। गुरु अंधकार गो नाम है, रूप प्रकाश पहचान। गुर दा गग्गा गो, और गो दे अर्थ भावें धरती भी किया है, पर गो दे अर्थ हनेरा भी है, रू दा अर्थ प्रकाश है। गुरु, गुरु का अर्थ यह है जिहड़ा हनेरे दे विच प्रकाश करने वाला है, जिहड़ा अज्ञानता का हनेरा कट के ज्ञान का प्रकाश करता है, वो गुरु है। हुण सतगुरु जी इस तरह बख्शिश करते हैं, अगे जो होर उपदेश देने की कल विचारांगे। आओ एक 2 मिनट रसना नूं पवित्र कर लिए, हाजिरी लवाइए, फिर समाप्ति है जी। वाहे